तेरी चुप मौत वर्गा सच है। स्वार्थ दी ठोकर नाल टुटण वाला कच है। उस चुप विच किन्ना कुछ है लुकिया होया छुपिया होया। जी तां करदा है तैनूं मनाउण नूं, तेरे पैरी हथ लाउण नूं, अपनी हर खता बख्शाउण नूं। अपनी बीवी नूं कहंदा है ਜਦੋਂ ਰੁੱਸ ਜਾਂਦੀ ਹੈ ਨਾ ਤੇ ਉਹਨੂੰ ਕਹਿੰਦਾ ਤੇਰੀ ਚੁੱਪ ਮੌਤ ਵਰਗਾ ਸੱਚ ਹੈ। ਸਵਾਰ ਦੀ ਠੋਕਰ ਨਾਲ ਟੁੱਟਣ ਵਾਲਾ ਕੱਚ ਹੈ। ਉਸ ਚੁੱਪ ਵਿੱਚ ਕਿੰਨਾ ਕੁਝ ਹੈ ਲੁਕਿਆ ਹੋਇਆ ਛੁਪਿਆ ਹੋਇਆ। ਜੀ ਤਾਂ ਕਰਦਾ ਹੈ ਤੈਨੂੰ ਮਨਾਉਣ ਨੂੰ, ਤੇਰੇ ਪੈਰੀਂ ਹੱਥ ਲਾਉਣ ਨੂੰ, ਆਪਣੀ ਹਰ ਖਤਾ ਬਖਸ਼ਾਉਣ ਨੂੰ। ਜਾਣਦਾ ਹਾਂ ਤੈਨੂੰ ਮਨਾਉਣ ਦਾ ਢੰਗ। मां प्यो छड़ के हो जावां तेरे संग। मेरे लिए फर्जां दी भी मौत है। मौत है मेरे हर अरमान दी। इहो कहानी है हर पुत्र दे बलिदान दी। ਲੇਖਕ ਆਈਨਾ ਹੁੰਦੇ ਨੇ, ਦਰਪਣ ਹੁੰਦੇ ਨੇ ਸਮਾਜ ਲਈ, ਸਰਕਾਰਾਂ ਲਈ। ਸਰਕਾਰਾਂ ਨੂੰ ਕੋੜਾ ਸੱਚ ਦਿਖਾਉਂਦੇ ਨੇ। ਲੇਖਕ ਆਪਣੀ ਕਲਮ ਦੀ ਰਾਹੀਂ ਸਮਾਜ ਦੀ ਸੱਚਾਈ, ਹਕੀਕਤ समाज के सामने रखता है। उस हकीकत नूं लोग चाहे चोरी छुपे चाहे सामने, पर किते ना किते अपने आप नूं देखते ने उस सच्चाई के अंदर। अपनियां हरकतां अपनियां करतूतां नूं उन्हां शब्दां दे विच पढ़ के किते ना किते शर्मिंदा भी हुंदे ने। पर वो सच्चाई, वो हकीकत एक लेखक किवें शब्दां दे विच एक किताब के राही लोगों के सामने पेश करता है, उहदे ते गलबात करांगे। लेखक भुपिंदर सिंह रैणा होना नाल उन्हां दियां लगातार लॉकडाउन के दौरान कवितावां कहानियां नावल जिहड़े ने वो सामने आए ने। उन्हां विच उन्हां ने अजिहियां गल्लां लिखियां ने जिहड़ियां समाज नूं झंझोड़ के रख सकदियां ने, ਸਰਕਾਰਾਂ ਨੂੰ ਸੋਚਣ 'ਤੇ ਮਜਬੂਰ ਕਰ ਸਕਦੀਆਂ ਨੇ। ਅਤੇ ਉਹਦੇ ਉਸ ਮੁੱਦੇ 'ਤੇ ਗੱਲ ਕਰਨ ਲਈ ਅੱਜ ਸਰਦਾਰ ਭੁਪਿੰਦਰ ਸਿੰਘ ਰੈਣਾ ਜੀ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਉਹਨਾਂ ਦੀਆਂ ਕਵਿਤਾਵਾਂ ਅਤੇ ਉਹਨਾਂ ਦੀਆਂ ਕਹਾਣੀਆਂ ਦੇ ਨਾਵਲ 'ਤੇ ਗੱਲ ਕਰਨ ਲਈ ਅਸੀਂ ਅੱਜ ਉਹਨਾਂ ਕੋਲ ਪੁੱਜੇ ਹਾਂ। ਸਵਾਗਤ ਹੈ ਸਰ ਸਾਡੇ ਕੋਲ। ਬਹੁਤ ਬਹੁਤ ਧੰਨਵਾਦ ਆਪਦਾ, ਆਪਦੇ ਚੈਨਲ ਦਾ, ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਨਾਵਲਾਂ ਬਾਰੇ, ਆਪਣੀ ਕਵਿਤਾਵਾਂ ਦੇ ਬਾਰੇ ਕੁਛ ਜ਼ਿਕਰ ਕਰਾਂ ਤੇ ਜਿਹੜਾ ਸੰਦੇਸ਼ ਇੱਕ ਲੇਖਕ ਹੋਣ ਦੇ ਨਾਤੇ ਸਮਾਜ ਨੂੰ ਦੇਣਾ ਚਾਹੁੰਦਾ ਹੈ ਉਹ ਦਿਆਂ। ਤੇ ਇਸ ਕਰਕੇ ਮੈਨੂੰ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਸਾਹਮਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹੋ। ਸਾਡੀ ਸਮਾਜ ਦੀ ਇੱਕ ਜ਼ਰੂਰਤ ਹੈ ਕਿ ਸਮੇਂ-ਸਮੇਂ 'ਤੇ ਉਹਨੂੰ ਆਇਨਾ ਦਿਖਾਇਆ ਜਾਵੇ, ਉਹਨੂੰ ਸ਼ੀਸ਼ਾ ਦਿਖਾਇਆ ਜਾਵੇ। हर इंसान किते ना किते अपने आप दे विच बदसूरत है, चाहे चेहरे तौर ते वो खूबसूरत है, कपड़े वधिया पांदा है, लेकिन किते ना किते वो अपने आप नूं बदसूरत मनदा है, अपनियां जिहड़ियां कीतियां होईयां गलतियां तो पछतांदा है, लेकिन वो उस गल नूं कबूल नहीं करना चाहता। लेकिन जिसले तुसीं ये किताबां लिखदे हो, नावल लिखदे हो तो सोचण ते मजबूर करदे ने। ते किहड़े नावल जिहड़े ने ये लॉकडाउन तो लैके हुण तक जिहड़ियां किताबां तुहाडीਆਂ आईयां ने, नावल तुहाडे आए ने जिन्हां ते तुसीं काम कीता है, उन्हां दे उपर असीं चर्चा करांगे अगे। हाँ जी, वैसे तो मैं बहुत 73-74 ਦੇ ਵਿੱਚ ਮੇਰੇ 2 ਨਾਵਲ 2 ਨਾਟਕ ਛਪੇ ਸੀ। ਉਸ ਤੋਂ ਬਾਅਦ 45 ਸਾਲ ਮੈਂ ਕੁਛ ਨਹੀਂ ਲਿਖਿਆ, ਜਿਸ ਤਰ੍ਹਾਂ ਕਿ ਕਲਮ ਨੂੰ ਜੰਗ ਲੱਗ ਗਿਆ ਸੀਗਾ। ਔਰ ਮੇਰੇ ਸੋਚ ਦੇ ਵਿੱਚ ਬਹੁਤ ਕੁਛ ਹੈ ਸੀ, ਲਿਖਣ ਦਾ ਮਨ ਨਹੀਂ ਸੀ ਕਰਦਾ। ਔਰ ਲਾਕਡਾਊਨ ਦੇ ਵਿੱਚ, ਲਾਕਡਾਊਨ ਤੋਂ ਪਹਿਲਾਂ ਹੀ ਸਮਝ ਲਓ, ਮੇਰੇ ਇੱਕ ਕਹਾਣੀ ਮੇਰੇ ਦਿਮਾਗ ਦੇ ਵਿੱਚ ਬੜੇ ਸਾਲਾਂ ਤੋਂ 40-45 ਸਾਲਾਂ ਤੋਂ ਮੌਜੂਦ ਸੀ। ਔਰ ਉਹ ਕਹਾਣੀ ਨੂੰ ਮੈਂ ਸਭ ਤੋਂ ਪਹਿਲਾਂ ਉਸ ਕਹਾਣੀ ਨੂੰ ਲਿਖਿਆ ਔਰ ਬੇਨਾਮ ਰਿਸ਼ਤੇ ਕਰਕੇ ਮੇਰਾ ਪਹਿਲਾ ਨਾਵਲ ਛਪਿਆ। ਔਰ ਨਾਵਲ ਪਹਿਲਾ ਹੀ ਨਾਵਲ ਇੰਨੇ ਵਕਫੇ ਤੋਂ ਬਾਅਦ ਛਪਣ ਦੇ ਬਾਅਦ
ਉਹ ਨਾਵਲ ਮੇਰਾ ਜੰਮੂ ਯੂਨੀਵਰਸਿਟੀ ਦੇ MA ਕੋਰਸ ਵਿੱਚ ਲੱਗ ਗਿਆ, ਜਿਸ ਨਾਲ ਕਿ ਮੈਨੂੰ ਬਹੁਤ ਮਾਣ ਮਿਲਿਆ ਔਰ ਮੇਰਾ ਉਤਸ਼ਾਹ ਹੋਰ ਵਧਿਆ। ਉਹਨਾਂ ਦੌਰਾਨ ਫਿਰ ਮੈਂ ਹੋਰ ਨਾਵਲ ਇੱਕ ਲਿਖਿਆ, ਇੱਕ ਹੋਰ ਲੂਣਾ। ਇਹ ਨਾਵਲ ਵੀ ਇੱਕ ਜਿਸ ਤਰ੍ਹਾਂ ਕਿ ਲੂਣਾ ਇੱਕ ਕਹਾਣੀ ਹੈ ਸਾਡੇ ਵਿਰਸੇ ਦੇ, ਪੰਜਾਬੀ ਵਿਰਸੇ ਦੇ ਵਿੱਚ, ਉਸ ਕਹਾਣੀ ਨੂੰ ਮੁੱਖ ਰੱਖ ਕੇ ਇੱਕ ਨਾਵਲ ਲਿਖਿਆ। ਇਹ ਅੱਧੇ ਅਧੂਰੇ ਨਾਵਲ ਮੇਰਾ ਛਪਿਆ। ਤੇ ਪਾਪ ਦੀ ਪੰਡ ਜਿਹੜਾ ਨਾਵਲ ਦੇ ਉੱਤੇ ਵੈਬ ਸੀਰੀਜ਼ ਬਣ ਰਹੀ ਹੈ, ਨਦੀ ਤੇ ਨਾਰੀ ਨਾਵਲ ਛਪਿਆ। ਤੇ ਇਹਨਾਂ ਨਾਵਲਾਂ ਤੋਂ ਬਾਅਦ ਮੇਰੇ ਕੋਲ ਵਕਤ ਬੇਵਕਤ ਕੁਝ ਮਤਲਬ ਕਵਿਤਾਵਾਂ ਮੈਂ ਲਿਖਦਾ ਰਿਹਾ ਵਾਂ, ਜਿਨ੍ਹਾਂ ਕਵਿਤਾਵਾਂ ਨੂੰ ਮੈਂ ਇੱਕ ਸ਼ਕਲ ਪੁਸਤਕ ਦੀ ਰੂਪ ਦੇ ਵਿੱਚ ਪੇਸ਼ ਕਰ ਰਿਹਾ ਹਾਂ। ਔਰ ਉਹ ਵੀ ਇੱਕ ਬੜੀ ਮਾਣ ਵਾਲੀ ਗੱਲ ਹੈਗੀ ਹੈ ਕਿ ਮੇਰੇ ਆਪਣੇ ਕਿਸੇ ਇੱਕ ਭੈਣ ਨੇ, ਜੋ ਮੇਰੀ ਮਨ ਤੋਂ ਭੈਣ ਬਣੀ ਹੋਈ ਹੈ, ਉਹਨੇ ਮੈਨੂੰ ਉਤਸ਼ਾਹ ਦਿੱਤਾ ਕਿ ਵੀਰ ਜੀ ਤੁਸੀਂ ਇਹ ਤੁਹਾਡੀਆਂ ਅੱਛੀਆਂ ਕਵਿਤਾ ਨੇ, ਤੁਸੀਂ ਇਹਨਾਂ ਕਵਿਤਾਵਾਂ ਨੂੰ ਸੰਭਾਲੋ ਔਰ ਇੱਕ ਕਿਤਾਬ ਦੇ ਰੂਪ ਵਿੱਚ ਇਹਨੂੰ ਛਾਪੋ। ਔਰ ਫਿਰ ਉਹਨੇ ਖੁਦ ਹੀ ਇਹ ਉਤਸ਼ਾਹ ਕਰਕੇ ਇਹ ਉਪਰਾਲਾ ਕਰਕੇ ਇਹ ਮੇਰੀ ਕਵਿਤਾ ਦੀ ਕਿਤਾਬ ਛਪੀ ਹੈ, ਜਿਹੜੀ ਕਿ ਹੁਣੇ 11 ਤਰੀਕ ਨੂੰ ਇਹ ਕਿਤਾਬ ਇਸ ਦਾ ਵਿਮੋਚਨ ਹੋਇਆ ਹੈ। ਹਾਂਜੀ। ਤੁਸੀਂ ਕਿਹਾ ਵੀ 40-45 ਸਾਲ ਤੁਹਾਡੀ ਕਲਮ ਜਿਹੜੀ ਹੈ ਉਹ ਬੰਦ ਰਹੀ ਹੈ। ਸ਼ਬਦਾਂ ਨੂੰ ਤੁਸੀਂ ਕਿਤੇ ਨਾ ਕਿਤੇ ਅੰਧਕਾਰ ਦੇ ਵਿੱਚ ਜਿਹੜਾ ਸੀ ਉਹ ਬੰਨ੍ਹ ਰੱਖਿਆ ਸੀ। ਜਿਵੇਂ ਲਾਕਡਾਊਨ ਦੇ ਦੌਰਾਨ ਉਹ ਸ਼ਬਦ ਜਿਹੜੇ ਨੇ ਉਹ ਅੰਧਕਾਰ ਨੂੰ ਚੀਰਦੇ ਹੋਏ ਰੋਸ਼ਨੀ ਦੇ ਵਾਂਗ ਬਾਹਰ ਆਏ ਨੇ ਤੇ ਆਂਦੇ ਹੀ ਹਲਚਲ ਹੋਈ ਹੈ ਸਾਰੇ ਪਾਸੇ। ਤੁਹਾਡੀਆਂ ਕੁਝ ਨਾਵਲਸ ਮੈਂ ਆਪ ਪੜ੍ਹੇ ਨੇ, ਉਹ ਅਤੀਤ ਦੇ ਅੰਦਰ ਲੈ ਜਾਂਦੇ ਨੇ, ਸੋਚਣ ਤੇ ਮਜਬੂਰ ਕਰਦੇ ਨੇ। ਹੋਰ ਇਸ ਲੇਖਕ ਦੀ ਖੁਰਾਕ ਜਿਹੜੀ ਹੈ ਉਹ ਮੇਰੇ ਖਿਆਲ ਨਾਲ ਲਿਖਣਾ ਹੁੰਦੀ ਹੈ। ਤੇ 45 ਸਾਲ ਤੱਕ ਕਿਵੇਂ ਤੁਸੀਂ ਖਾਮੋਸ਼ ਤੇ ਇਹਦੇ ਤੋਂ ਦੂਰ ਰਹੇ ਹੋ? ਬਸ ਉਹਦੇ ਵਿੱਚ ਮੈਂ ਆਪਣੇ ਜੀਵਨ ਦੀ ਜਦੋਜਹਿਦ ਵਿੱਚ ਮਜਬੂਰ ਫਸਿਆ ਰਿਹਾ। ਬੱਚਿਆਂ ਦੀ ਪੜ੍ਹਾਈ ਸੀ, ਐਜੂਕੇਸ਼ਨ ਸੀ, ਉਹਨਾਂ ਦੇ ਵਿਆਹ ਸੀ, ਉਹ ਸਭ ਕੁਝ ਉਹਨਾਂ ਨੂੰ ਸੈਟਲ ਕਰਨ ਦਾ ਜਿਹੜਾ ਵਕਤ ਸੀ, ਉਸ ਵਿੱਚ ਮੈਂ ਆਪਣਾ ਕੋਈ ਟਾਈਮ ਨਹੀਂ ਕੱਢ ਸਕਿਆ ਲਿਖਣ ਵਾਸਤੇ, ਕਿਉਂਕਿ ਲਿਖਣ ਵਾਸਤੇ ਕੰਸਨਟ੍ਰੇਸ਼ਨ ਚਾਹੀਦੀ ਹੈ। ਔਰ ਉਹ ਤਦ ਹੀ ਤੁਸੀਂ ਕੁਝ ਲਿਖ ਸਕਦੇ ਹੋ, ਉਹਨਾਂ ਸ਼ਬਦਾਂ ਨੂੰ ਜੋੜ ਸਕਦੇ ਹੋ, ਤੁਸੀਂ ਸੰਵਾਦ ਲਿਖ ਸਕਦੇ ਹੋ ਜਦੋਂ ਤੱਕ ਤੁਹਾਡਾ ਮਨ ਸਥਿਰ ਹੈ। ਜਿਸ ਵਕਤ ਅਸਥਿਰ ਮਨ ਵਿੱਚ ਬੰਦਾ ਕੁਝ ਨਹੀਂ ਲਿਖ ਸਕਦਾ। ਹੁਣ ਦੇਖੋ, ਇਸ ਛੋਟੇ ਜਿਹੇ ਪੀਰੀਅਡ ਵਿੱਚ 2-2.5 ਸਾਲ ਦੇ ਵਿੱਚ ਜਿਹੜੇ ਮੈਂ 5-6 ਨਾਵਲ ਲਿਖੇ ਨੇ, ਉਹ ਨਾਵਲ ਜੰਮੂ ਕਸ਼ਮੀਰ ਤੋਂ ਇਲਾਵਾ ਬਹੁਤ ਚਰਚਿਤ ਹੋਏ ਨੇ। ਔਰ ਈਵਨ ਬਰਲਿਆਂ, ਇੰਗਲੈਂਡ, ਅਮਰੀਕਾ, UK, ਸਵੀਡਨ, ਇਟਲੀ, ਮੈਲਬੌਰਨ, ਇਹਨਾਂ ਸਾਰੀਆਂ ਜਗ੍ਹਾ 'ਚ ਉਹਨਾਂ ਨਾਵਲਾਂ ਦੀ ਬਹੁਤ ਚਰਚਾ ਹੋਈ ਹੈਗੀ ਹੈ। ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਬੇਨਾਮ ਰਿਸ਼ਤੇ ਮੇਰਾ ਨਾਵਲ ਹੈਗਾ, ਉਹ ਰੇਡੀਓ ਸਾਂਝੀ ਆਵਾਜ਼ ਮੈਲਬੌਰਨ ਤੋਂ ਉਹ ਡਾਇਰੈਕਟ ਕਿਸ਼ਤਾਂ ਦੇ ਵਿੱਚ ਉਹਦਾ ਪ੍ਰਸਾਰਨ ਹੋਇਆ ਹੈ। ਅੱਧੇ ਅਧੂਰੇ ਦਾ ਵੀ ਕਿਸ਼ਤਾਂ ਵਿੱਚ ਮੈਲਬੌਰਨ ਤੋਂ ਹੀ ਪ੍ਰਸਾਰਨ ਹੋਇਆ ਹੈਗਾ, ਜਿਸ ਕਰਕੇ ਮੈਨੂੰ ਇੱਕ ਅੰਤਰਰਾਸ਼ਟਰੀ ਖਿਆਤੀ ਮਿਲੀ ਹੈਗੀ ਹੈ ਉਹਨਾਂ ਨਾਵਲਾਂ ਦੇ ਕਰਕੇ। ਔਰ ਉਹ ਲੋਕਾਂ ਨੇ ਬਹੁਤ ਪਸੰਦ ਕੀਤੇ ਨੇ, ਬਹੁਤ ਚਰਚਾ ਵਿੱਚ ਉਹ ਨਾਵਲ ਰਹੇ ਨੇ। ਤੇ ਇਸ ਕਰਕੇ ਉਹ ਵਾਹਿਗੁਰੂ ਦੀ ਮਿਹਰ ਰਹੀ ਹੈਗੀ ਹੈ। ਬੰਦਾ ਤੇ 45 ਸਾਲ ਮੈਂ ਕੁਛ ਨਹੀਂ ਲਿਖਿਆ, ਤੇ ਹੁਣ ਇਹ ਉੱਪਰ ਵਾਲੇ ਦੀ ਮਤਲਬ ਮਿਹਰਬਾਨੀ ਸੀ, ਦਇਆ ਸੀ ਕਿ ਉਹਨਾਂ ਦਾ ਹੱਥ ਸੀ ਸਿਰ ਦੇ ਉੱਤੇ, ਤੇ ਮੈਂ ਦੁਬਾਰਾ ਤੋਂ ਇਸ ਲਫ਼ਜ਼ ਜੋੜਨੇ ਸ਼ੁਰੂ ਕੀਤੇ ਨੇ ਔਰ ਉਹਨਾਂ ਨੂੰ ਪੇਸ਼ ਕੀਤਾ ਹੈਗਾ। ਤੁਸੀਂ ਜਿਹੜੀਆਂ ਚੀਜ਼ਾਂ ਲਿਖਦੇ ਹੋ, ਉਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸੱਚਾਈ ਬਿਆਨ ਕਰਦੀਆਂ। ਸਮਾਜਿਕ ਉਹ ਜਿਹੜੀ ਬੁਰਾਈਆਂ ਨੇ, ਸਮਾਜ ਦੇ ਅੰਦਰ ਜਿਹੜੀਆਂ ਘਟਨਾ ਬੀਪੀਆਂ ਹੋਈਆਂ ਨੇ, ਵਰਤੀਆਂ ਹੋਈਆਂ ਨੇ, ਉਹਨਾਂ ਘਟਨਾਵਾਂ ਨੂੰ ਤੁਸੀਂ ਸਾਹਮਣੇ ਰੱਖਦੇ ਹੋ, ਇਵੇਂ ਜਾਪਦਾ। ਹੋਰ ਉਹ ਤੁਸੀਂ ਜਿਹੜੀਆਂ ਕਹਾਣੀਆਂ ਲਿਖਦੇ ਹੋ ਜਾਂ ਜਿਹੜੇ ਨਾਵਲ ਲਿਖਦੇ ਹੋ, ਉਹ ਸਮੇਂ ਦੇ ਨਾਲ ਜਿਹੜੇ ਨੇ ਮੈਚ ਕਰਦੀਆਂ ਨੇ ਗੱਲਾਂ।
ਜਿਸ ਦੌਰਾਨ ਤੁਸੀਂ ਲਿਖ ਰਹੇ ਹੋ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਉਹਨਾਂ ਦੀਆਂ ਜਿਹੜੀਆਂ ਘਟਨਾਵਾਂ ਦੇ ਇਰਦ ਗਿਰਦ ਦੀ ਹਰ ਇੱਕ ਚੀਜ਼ ਨੂੰ ਕਿਵੇਂ ਤੁਸੀਂ ਸੰਜੋ ਕੇ ਜਿਹੜਾ ਉਹ ਨਾਵਲ 'ਚ ਪਾਉਂਦੇ ਹੋ? ਦੇਖੋ ਜੀ, ਮੈਂ ਕੀ ਕਹਿੰਦੇ ਨੇ, ਮੇਰਾ ਜ਼ਿਆਦਾਤਰ ਨਾਵਲਾਂ ਦਾ ਵਿਸ਼ੇ ਤੇ ਨਾਰੀਵਾਦੀ ਹੁੰਦਾ ਹੈ। ਸਾਡੇ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਉਤਪੀੜਿਤ ਕੋਈ ਚਰਿੱਤਰ ਹੈ, ਕੋਈ ਪਾਤਰ ਹੈ, ਤੇ ਉਹ ਨਾਰੀ ਹੀ ਹੈ। ਭਾਵੇਂ ਅਸੀਂ ਅੱਜ ਦੀ ਗੱਲ ਕਰੀਏ ਕਿ ਨਾਰੀ ਹੁਣ ਪੜ੍ਹ ਲਿਖ ਕੇ ਬਹੁਤ ਅੱਗੇ ਵੱਧ ਗਈ ਹੈ, ਲੇਕਿਨ ਹਾਲੇ ਵੀ ਉਹ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ, ਵੈਸਟਰਨ ਕੰਟਰੀਜ਼ ਦੇ ਵਿੱਚ ਨਾਰੀ ਨੂੰ ਮਾਣ ਸਨਮਾਨ ਮਿਲਦਾ ਹੈ, ਉਹ ਹਾਲੇ ਸਾਡੇ ਦੇਸ਼ ਵਿੱਚ ਨਹੀਂ ਮਿਲਦਾ। ਹਾਲਾਂਕਿ ਔਰਤ ਬਹੁਤ ਜਾਗਰੂਕ ਹੋ ਗਈ ਹੈ, ਫਿਰ ਵੀ ਅਸੀਂ ਦੇਖਦੇ ਹਾਂ ਕਿ ਉਹ ਬਹੁਤ ਪੀੜਤ ਹੈ, ਉਹਦੀ ਬਹੁਤ ਪ੍ਰਤਾੜਨਾ ਹੁੰਦੀ ਹੈ। ਔਰ ਉਹ ਮੇਰੇ ਵਿਸ਼ੇ ਹੁੰਦੇ ਹੈਗੇ ਨੇ। ਹਰ ਨਾਵਲ ਵਿੱਚ ਮੈਂ ਕੋਈ ਨਾ ਕੋਈ ਵਿਸ਼ਾ ਚੁੱਕ ਕੇ ਇੱਕ ਔਰਤ ਦੀ ਤਰਾਸਦੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਜਿਹੜੀ ਕਿ ਬਹੁਤ ਮਾਰਮਿਕ ਸਥਿਤੀ ਹੁੰਦੀ ਹੈਗੀ ਹੈ। ਔਰਤ ਇੱਕ, ਜਿਸ ਤਰ੍ਹਾਂ ਨਦੀ ਤੇ ਨਾਰੀ ਮੇਰਾ ਨਾਵਲ ਹੈ, ਉਸ ਦੇ ਇੱਕ ਔਰਤ ਤੋਂ ਬਗੈਰ ਮਰਦ ਅਧੂਰਾ ਹੈ। ਮਰਦ ਦੀ ਹੋਂਦ ਹੀ ਨਹੀਂ ਹੈ, ਔਰਤ ਹੈ ਤੇ ਮਰਦ ਹੈ ਨਹੀਂ। ਤੇ ਔਰ ਉਸ ਔਰਤ ਨੂੰ ਜਿਹੜੀ ਮਾਂ ਹੈ, ਭੈਣ ਹੈ, ਧੀ ਹੈ, ਉਸ ਔਰਤ ਨੂੰ ਅਗਰ ਮਰਦ ਉਹਦਾ ਅਧਿਕਾਰ ਨਹੀਂ ਦਿੰਦਾ, ਉਹਦੇ ਇੱਜ਼ਤ ਸਨਮਾਨ ਨਹੀਂ ਦਿੰਦਾ, ਤੇ ਫਿਰ ਉਹ ਮਰਦ ਦਾ ਹੋਣਾ ਵੀ ਬੇਅਰਥ ਹੈ, ਵਿਅਰਥ ਹੈ। ਤੇ ਇਸ ਕਰਕੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਨਾਰੀ ਨੂੰ, ਔਰਤ ਨੂੰ ਸਾਡੇ ਸਮਾਜ ਵਿੱਚ ਪੂਰਾ ਦਰਜਾ ਮਿਲਣਾ ਚਾਹੀਦਾ ਹੈ। ਉਹਦੀ ਗੱਲ ਮੈਂ ਕਰਦਾ ਵਾਂ, ਔਰ ਉਹੀ ਗੱਲ ਜਿਹੜੀ ਹੈ ਉਹ ਸਭ ਨੂੰ ਅੱਛੀ ਵੀ ਲੱਗਦੀ ਹੈ। ਜਦ ਇੱਕ ਲੇਖਕ ਲਿਖਦਾ ਹੈ, ਉਹ ਆਪਣੀ ਜ਼ਿੰਦਗੀ ਦੇ ਬੜੇ ਜਿਹੜੇ ਕੀਮਤੀ ਪਲ ਨੇ, ਆਪਣੇ ਪਰਿਵਾਰ ਨੂੰ ਛੱਡ ਕੇ, ਆਪਣੀ ਦੁਨੀਆ ਨੂੰ ਛੱਡ ਕੇ ਲੇਖਕ ਲਿਖਦਾ ਹੈ। ਉਹਦੇ ਬਾਅਦ ਉਸ ਵੇਲੇ ਲਿਖਣ ਦੇ ਬਾਅਦ ਫੀਡਬੈਕ ਆਉਂਦਾ ਹੈ, ਜਾਂ ਲੋਕਾਂ ਦੇ ਫੋਨ ਕਾਲਸ ਆਉਂਦੇ ਨੇ ਤੁਹਾਡੇ ਲਿਖੇ ਹੋਈਆਂ ਗੱਲਾਂ, ਤੇ ਲੋਕ ਦੱਸਦੇ ਨੇ ਹਾਂ ਵੀ ਸਾਡੇ ਨਾਲ ਬੀਤੀਆਂ ਨੇ, ਅਸੀਂ ਇਹ ਦੇਖੀਆਂ ਹੋਈਆਂ ਨੇ। ਆਪਣਾ ਐਕਸਪੀਰੀਅੰਸ ਜਿਹੜਾ ਲੋਕੀ ਅਨੁਭਵ ਸਾਂਝਾ ਕਰਦੇ ਨੇ, ਭਾਈ ਜੋ ਤੁਸੀਂ ਲਿਖਿਆ ਇਹ ਵਾਕਈ ਬੀਤ ਰਿਹਾ ਜਾਂ ਸਾਡੇ ਨਾਲ ਬੀਤਿਆ ਹੋਇਆ। ਉਸ ਵੇਲੇ ਕਿਵੇਂ ਲੱਗਦਾ? ਦੇਖੋ ਜੀ, ਬਹੁਤ ਖੁਸ਼ੀ ਹੁੰਦੀ ਹੈ। ਮੇਰੇ ਹਰ ਇੱਕ ਨਾਵਲ ਨੂੰ ਮੈਂ ਸਾਰੇ ਪੰਜਾਬ ਦੇ ਵਿੱਚ, ਇਵਨ ਪੰਜਾਬ ਤੋਂ ਬਾਹਰ ਵੀ ਉਹ ਨਾਵਲ PDF ਦੇ ਰਾਹੀਂ ਜਾਂਦੇ ਨੇ। ਔਰ ਜਿਸ ਵਕਤ ਲੋਕਾਂ ਦਾ ਮੈਨੂੰ ਰਿਸਪੌਂਸ ਮਿਲਦਾ ਹੈ, ਉਹਨਾਂ ਦੀ ਪ੍ਰਤੀਕਿਰਿਆ ਮਿਲਦੀ ਹੈ, ਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਜੋ ਮੈਂ ਲਿਖਿਆ ਹੈ ਉਹ ਸਾਰਥਕ ਹੋਇਆ ਹੈ, ਲੋਕਾਂ ਨੂੰ ਅੱਛਾ ਲੱਗਿਆ ਹੈ। ਜੋ ਸੰਦੇਸ਼ ਮੈਂ ਦੇਣਾ ਚਾਹੁੰਦਾ ਵਾਂ, ਉਹ ਸੰਦੇਸ਼ ਲੋਕਾਂ ਤੱਕ ਪੁੱਜਿਆ ਹੈ। ਤੇ ਇਸ ਕਰਕੇ ਉਹ ਖੁਸ਼ੀ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈ। ਤੇ ਇਸ ਕਰਕੇ ਹੁਣ ਅਸੀਂ ਜੰਮੂ ਦੇ ਵਿੱਚ, ਤੇ ਭਾਵੇਂ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਦੇ ਵਿੱਚ ਬਹੁਤ ਰਾਈਟਰ ਹੈਗੇ ਨੇ, ਔਰ ਸਿੱਖ ਰਾਈਟਰ ਨੇ, ਨਾਨ ਸਿੱਖਸ ਵੀ ਪੰਜਾਬੀ ਲਿਖਦੇ ਹੈਗੇ ਨੇ, ਔਰ ਬਹੁਤ ਅੱਛਾ ਲਿਖਦੇ ਨੇ। ਲੇਕਿਨ ਇੱਥੋਂ ਦਾ ਪਾਠਕ ਵਰਗ ਬਹੁਤ ਘੱਟ ਹੈ, ਜਿਸ ਕਰਕੇ ਉਹ ਜੋ ਕੁਛ ਇੱਥੋਂ ਦੇ ਲੋਕ ਲਿਖਦੇ ਹੈਗੇ ਨੇ, ਇੱਥੋਂ ਦੇ ਰਾਈਟਰ ਲਿਖਦੇ ਨੇ, ਉਹਨਾਂ ਨੂੰ ਉਤਨਾ ਪ੍ਰੋਤਸਾਹਨ ਨਹੀਂ ਮਿਲਦਾ ਜਿੰਨਾ ਕਿ ਵਧੀਆ ਔਰ ਜਿੰਨਾ ਅੱਛਾ ਲਿਖਦੇ ਨੇ, ਜਿੰਨਾ ਮਿਲਣਾ ਚਾਹੀਦਾ ਉਹ ਪ੍ਰੋਤਸਾਹਨ ਨਹੀਂ ਮਿਲਦਾ। ਔਰ ਮੈਂ ਹੁਣ ਵੀ ਕੋਸ਼ਿਸ਼ ਕਰਦਾ ਹੈਗਾ ਵਾਂ ਕਿ ਆਪਣੀਆਂ ਰਚਨਾਵਾਂ ਤੋਂ, ਆਪਣੀਆਂ ਕਿਤਾਬਾਂ ਤੋਂ ਇਲਾਵਾ ਵੀ ਅਗਰ ਮੇਰੇ ਕੋਲ ਕਿਤਾਬਾਂ ਜਿਹੜੀਆਂ ਆਉਂਦੀਆਂ ਨੇ ਲੋਕਲ ਰਾਈਟਰਸ ਦੀ, ਮੈਂ ਉਹਨਾਂ ਦੇ ਉੱਤੇ ਸਮੀਖਿਆ ਕਰਦਾ ਵਾਂ, ਉਹਨਾਂ ਉੱਤੇ ਲਿਖਦਾ ਵਾਂ, ਔਰ ਲਿਖ ਕੇ ਫੇਸਬੁੱਕ ਵਗੈਰਾ ਤੇ ਪਾਉਣਾ, ਤਾਂ ਕਿ ਜੰਮੂ ਤੋਂ ਬਾਹਰਲੇ ਲੋਕ ਵੀ ਇਹ ਸਮਝ ਸਕਣ ਕਿ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਕਿਸ ਤਰ੍ਹਾਂ ਸਾਹਿਤ ਅੱਗੇ ਵਧ ਰਿਹਾ ਹੈ। ਜਿਸ ਵੇਲੇ ਇੱਕ ਲੇਖਕ, ਇੱਕ ਰਾਈਟਰ ਜਿਹੜਾ ਹੈ, ਉਹ ਸਮਾਜ ਨੂੰ ਆਇਨਾ ਦਿਖਾਉਂਦਾ, ਸ਼ੀਸ਼ਾ ਦਿਖਾਉਂਦਾ, ਸਮਾਜ ਦਾ ਜਿਹੜਾ ਭਿਆਨਕ ਚਿਹਰਾ ਹੈ ਉਹ ਸਮਾਜ ਦੇ ਸਾਹਮਣੇ ਲਿਆਉਂਦਾ, ਉਸ ਵੇਲੇ ਕਈ ਫੋਨ ਕਾਲ ਆਉਂਦੇ ਹੋਣੇ ਨੇ। ਲੇਖਕ ਜਿਹੜੇ ਨੇ ਕੰਟਰੋਵਰਸੀ 'ਚ ਰਹਿੰਦੇ ਨੇ, ਕੋਈ ਇਹੋ ਜਿਹੀ ਘਟਨਾ ਜਦੋਂ ਕੰਟਰੋਵਰਸੀ ਬਣੀ ਹੋਵੇ, ਤੁਹਾਨੂੰ ਗੱਲਬਾਤ ਇਹੋ ਜਿਹੀ ਹੋਈ ਹੋਏ ਕੋਈ ਨਾਵਲ ਲਿਖਣ 'ਤੇ, ਜਾਂ ਕੋਈ ਕਵਿਤਾ ਜਾਂ ਇਹੋ ਜਿਹੀ ਗੱਲ ਕਰ? ਐਸੀ ਕਦੀ ਕੋਈ ਹੋਇਆ ਨਹੀਂ ਹੈ ਕਦੀ ਕਿ ਨਾਵਲ ਮੈਂ ਲਿਖਿਆ ਹੈ ਜਾਂ ਉਹਦੇ ਉੱਤੇ ਫਿਰ ਕਿਸੇ ਨੇ ਟਿੱਪਣੀ ਕੀਤੀ ਹੋਏ, ਜਾਂ ਉਹਦੇ ਬਾਰੇ ਕਿਸੇ ਪਾਤਰ ਦੇ ਬਾਰੇ ਕੋਈ ਲਿਖਿਆ ਹੋਇਆ ਕਿ ਤੁਸੀਂ ਇਸ ਤਰ੍ਹਾਂ ਸਿਰਜਣਾ ਸੀ, ਇਸ ਤਰ੍ਹਾਂ ਨਹੀਂ ਸਿਰਜਿਆ। ਐਸਾ ਕਦੀ ਨਹੀਂ ਹੋਇਆ। ਔਰ ਉਹ ਕਹਾਣੀ ਹਰ ਇੱਕ ਦੀ ਇਹੋ ਹੀ, ਮਤਲਬ ਮੈਂ ਪਾਠਕਾਂ ਤੋਂ
ਈਵਨ ਪ੍ਰੋਫੈਸਰਸ ਬੜੇ ਹੈਗੇ ਨੇ ਜਿਨ੍ਹਾਂ ਨੇ ਜਿਹੜੇ ਪੜ੍ਹਦੇ ਨੇ, ਉਹ ਕਹਿੰਦੇ ਇੱਕ ਵਾਰੀ ਤੁਹਾਡਾ ਨਾਵਲ ਅਸੀਂ ਸਟਾਰਟ ਕਰ ਦਈਏ, ਉਹ ਅਸੀਂ ਖਤਮ ਕਰਨ ਤੋਂ ਪਹਿਲਾਂ ਉੱਠ ਨਹੀਂ ਸਕਦੇ, ਉਹ ਇਸ ਤਰ੍ਹਾਂ ਬਣ ਕੇ ਰੱਖਦਾ ਹੈਗਾ। ਤੇ ਇਸ ਤਰੀਕੇ ਨਾਲ ਜਿੱਥੇ ਇਹੋ ਜਿਹਾ ਆਲਮ ਹੋਵੇ ਤੇ ਉੱਥੇ ਕੋਈ ਦੇਖੋ ਹਰ ਇੱਕ ਬੰਦਾ ਇੰਨਾ ਪਰਫੈਕਟ ਤੇ ਹੁੰਦਾ ਨਹੀਂ ਹੈਗਾ, ਗਲਤੀਆਂ ਤੇ ਕਿਤੇ ਹੁੰਦੀਆਂ ਹੋਣਗੀਆਂ, ਰਹਿ ਜਾਂਦੀਆਂ ਹੋਣਗੀਆਂ, ਲੇਕਿਨ ਪਾਠਕ ਕਦੀ ਦੱਸਦਾ ਨਹੀਂ ਹੈਗਾ ਕਿ ਤੁਹਾਡੀ ਗਲਤੀ ਇੱਥੇ ਰਹੀ ਹੈ। ਉਹਨਾਂ ਨੂੰ ਸਭ ਲੱਗਦਾ ਉਹ ਗਲਤੀ ਵੀ ਉਹਨਾਂ ਨੂੰ ਅੱਛੀ ਲੱਗਦੀ ਹੈ, ਇਸ ਕਰਕੇ ਉਹ ਇਸ ਸਰਾਹਨਾ ਹੀ ਕਰਦੇ ਹੈਗੇ ਨੇ। ਕਦੀ ਕਿਸੇ ਨੇ ਕੋਈ ਗਲਤ ਗੱਲ ਨਹੀਂ ਕੀਤੀ ਅੱਜ ਤੱਕ। ਹਾਂਜੀ, ਲਾਂਭਾ ਨਹੀਂ ਦਿੱਤਾ। ਇੱਕ ਚੀਜ਼ ਹੋਰ ਹੈ ਮੇਰਾ ਸਵਾਲ, ਨਾਰੀ ਤੇ ਤੁਹਾਡੇ ਜਿਹੜੇ ਨੇ ਨਾਵਲ ਉਹ ਜਿਹੜੇ ਨੇ ਕਾਫੀ ਸਾਰੀ ਇਰਦ ਗਿਰਦ ਰਹਿੰਦੇ ਨੇ। ਹੋਰ ਤੁਸੀਂ ਕਿਹਾ ਵੀ ਨਾਰੀ ਤੇ ਜਿਹੜੀ ਹੈ ਪ੍ਰਤਾੜਨਾ ਚੱਲਦੀ ਹੈ ਅੱਜ ਵੀ ਭਾਰਤ ਦੇ ਅੰਦਰ। ਵੈਸਟਰਨ ਜਿਹੜੀਆਂ ਕੰਟਰੀਆਂ ਨੇ ਵੈਸਟਰਨ, ਉਹਨਾਂ ਵਰਗਾ ਕਲਚਰ ਹਜੇ ਨਹੀਂ ਹੋਇਆ ਜਾਂ ਉਹ ਜਿਹੇ ਰਾਈਟਸ ਜਿਹੜੇ ਨੇ ਨਹੀਂ ਮਿਲੇ। ਇਹ ਪੁਰਸ਼ ਪ੍ਰਧਾਨ ਦੇਸ਼ ਆ ਅਤੇ ਜ਼ਾਹਿਰ ਜੀ ਗੱਲ ਆ, ਜਿਸ ਲਈ ਮਹਿਫਿਲ 'ਚ ਬਹਿੰਦੇ ਹੋ, ਲੋਕਾਂ ਨਾਲ ਗੱਲਬਾਤ ਹੁੰਦੀ ਹੈ, ਤਾਂ ਉਸ ਵੇਲੇ ਪੁਰਸ਼ ਕਹਿੰਦੇ ਨੇ ਹਾਂਜੀ ਰਾਣਾ ਸਾਹਿਬ ਤੁਸੀਂ ਕੀ ਲਿਖ ਰਹੇ ਹੋ, ਨਾਰੀ 'ਤੇ ਲਿਖਦੇ ਹੋ, ਅਤੇ ਜਾਂ ਇਹ ਜਿਹੜੀ ਗੱਲ ਹੈ ਨਾਰੀ ਹੀ ਕਿਉਂ, ਮਰਦ ਵੀ ਤਾਂ ਅਤਿਆਚਾਰ ਝੱਲਦੇ ਨੇ ਨਾਰੀ ਦਾ, ਉਹਦੇ 'ਤੇ ਗੱਲਬਾਤ ਕਿਉਂ ਨਹੀਂ ਹੁੰਦੀ? ਹਾਂ, ਉਹ ਵੈਸੇ ਮੇਰੇ ਤੇ ਇੱਕ ਲੱਗ ਗਿਆ ਹੋਇਆ ਟੈਗ ਲੱਗ ਗਿਆ ਹੋਇਆ ਕਿ ਨਾਰੀਵਾਦੀ ਲੇਖਕ ਹੈਗਾ, ਅਤੇ ਇਸ ਕਰਕੇ ਹੁਣ ਮੈਂ ਅਗਰ ਨਾਰੀਵਾਦੀ, ਨਾਰੀ ਪ੍ਰਤੀ ਮੇਰੀ ਭਾਵਨਾ ਹੈ ਜਾਂ ਮੇਰਾ ਕੀ ਕਹਿੰਦੇ ਨੇ ਆਪਣਾ ਦਾ ਮੈਂ ਫਰਜ਼ ਸਮਝਦਾ ਵਾਂ ਕਿ ਉਹਦੀ ਜਿਹੜੀ ਪੀੜਾ ਹੈਗੀ ਆ ਉਹਨੂੰ ਲੋਕਾਂ ਸਾਹਮਣੇ ਰੱਖਾਂ, ਅਤੇ ਮੈਨੂੰ ਮਾਣ ਮਹਿਸੂਸ ਹੁੰਦਾ ਹੈਗਾ। ਕੋਈ ਬੁਰੀ ਗੱਲ ਨਹੀਂ ਮੈਂ ਸਮਝਦਾ, ਪਰ ਚਲੋ ਹੁਣ ਬਹੁਤ ਕੁਛ ਮੈਂ ਨਾਵਰੀ ਉੱਤੇ ਲਿਖ ਦਿੱਤਾ ਹੈਗਾ। ਹੁਣ ਨਹੀਂ ਕਦੀ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ। ਉਹ ਸਗੋਂ ਸਾਰੇ ਕਹਿੰਦੇ ਨੇ ਤੁਸੀਂ ਯਾਰ ਜੋ ਅਸੀਂ ਮਤਲਬ ਨਹੀਂ ਪੜ੍ਹਿਆ ਹੈਗਾ ਉਹ ਤੁਹਾਡੀਆਂ ਕਿਤਾਬਾਂ ਨੂੰ ਸਾਨੂੰ ਪੜ੍ਹ ਕੇ ਅੱਛਾ ਲੱਗਦਾ ਹੈਗਾ, ਅਤੇ ਤੁਸੀਂ ਬਹੁਤ ਅੱਛੇ ਵਿਸ਼ੇ ਨੂੰ ਟੱਚ ਕਰਦੇ ਹੈਗੇ ਹੋ, ਅਤੇ ਉਹ ਸਰਾਹਨਾ ਹੀ ਹੁੰਦੀ ਹੈ। ਕਦੀ ਕਿਸੇ ਨੇ ਲਾਂਭਾ ਨਹੀਂ ਦਿੱਤਾ। ਅਤੇ ਇੰਨੀਆਂ ਨਾਵਲਾਂ ਤੋਂ ਬਾਅਦ, ਨਾਟਕ ਹੀ ਮੈਂ 2 ਲਿਖੇ ਹੋਏ ਹੈਗੇ ਨੇ, ਇੰਨੇ ਨਾਵਲਾਂ ਤੋਂ ਬਾਅਦ ਬਹੁਤ ਮੈਂ ਕਵਿਤਾ ਵੱਲ ਵੀ ਕਦੀ ਕੋਈ ਕਵਿਤਾ ਲਿਖਦੀ ਹੈ। ਉਹਨਾਂ ਕਵਿਤਾ ਨੂੰ ਜਿਸ ਸਮੇਂ ਦੱਸਿਆ ਹੈ, ਜੋੜਿਆ ਹੈ। ਹੁਣ ਮੇਰਾ ਜਿਹੜਾ ਇਹ ਕਵਿਤਾ ਸੰਗ੍ਰਹਿ ਇੱਕ ਛਪਿਆ ਹੈਗਾ ਹੈ, ਇਹ ਰੇਤ ਤੇ ਪੈਣਾ ਮਤਲਬ ਸਟੈਪਸ ਔਨ ਸੈਂਡ। ਇਹੋ ਜਿਹੇ ਸਟੈਪਸ ਹੈਗੇ ਨੇ, ਇਹੋ ਜਿਹੀਆਂ ਪੈੜਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਵੀ। ਤੁਸੀਂ ਅਗਰ ਰੇਤ ਦੇ ਉੱਤੇ ਚੱਲਦੇ ਹੋ ਤੇ ਤੁਸੀਂ ਉਹਨਾਂ ਪੈੜਾਂ ਤੇ ਵਾਪਸ ਨਹੀਂ ਪਰਤ ਸਕਦੇ, ਕਿਉਂਕਿ ਤੁਹਾਡੇ ਜਾਣ ਤੋਂ ਬਾਅਦ ਹਨੇਰੀ ਬੁੱਲਾ ਉਹ ਰੇਤਾਂ ਉਹ ਮਿਟ ਜਾਂਦੇ ਨੇ। ਇਸ ਕਰਕੇ ਜਿਹੜਾ ਬੰਦਾ ਇੱਕ ਵਾਰੀ ਉਸ ਰੇਗਿਸਤਾਨ ਵਿੱਚ ਚਲਾ ਗਿਆ, ਉਹ ਆਪਣਾ ਰਾਹ ਭੁੱਲ ਜਾਂਦਾ ਹੈ, ਵਾਪਸ ਨਹੀਂ ਪਰਦਾ। ਇਹ ਜ਼ਿੰਦਗੀ ਵੀ ਇੱਕ ਇਹੋ ਜਿਹਾ ਸਹਿਰਾ ਹੀ ਹੈ ਜਿਹਦੇ ਵਿੱਚ ਅਸੀਂ ਗਵਾ ਜਾਂਦੇ ਹੈਗੀਆਂ। ਅਗਰ ਧਿਆਨ ਨਹੀਂ ਰੱਖਾਂਗੇ ਤੇ ਇਸ ਜ਼ਿੰਦਗੀ ਵੀ ਸਾਡੀ ਸਹਿਰੇ ਵਿੱਚੋਂ ਰੇਗਿਸਤਾਨ ਵਾਂਗੂ ਹੈ, ਜਿਹਦੇ ਵਿੱਚ ਅਸੀਂ ਗਾਇਬ ਹੋ ਜਾਵਾਂਗੇ। ਜ਼ਿੰਦਗੀ 'ਚ ਅੱਗੇ ਜਾਣ ਦਾ ਰਸਤਾ ਹੈ, ਮੁੜ ਕੇ ਪਰਤਣ ਦਾ ਜਾਂ ਪਿੱਛੇ ਆਉਣ ਦਾ ਰਸਤਾ ਕੋਈ ਨਹੀਂ ਹੈ, ਮੁੜ ਕੇ ਪਰਤਿਆ ਨਹੀਂ ਜਾ ਸਕਦਾ। ਮੇਰਾ ਅਖੀਰਲਾ ਸਵਾਲ ਹੈਗਾ, ਤੁਸੀਂ ਇੱਕ ਇਹੋ ਜਿਹੇ ਸਮੇਂ 'ਤੇ ਮੈਂ ਦੇਖਿਆ ਵੀ ਲੇਖਕ ਇਤਿਹਾਸ ਨੂੰ ਉਦੋਂ ਲਿਖਦੇ ਨੇ ਜਦੋਂ ਇਤਿਹਾਸ ਨੂੰ ਬੀਤੇ ਹੋਏ ਕਾਫੀ ਸਮੇਂ ਹੋ ਗਿਆ ਹੁੰਦਾ। ਉਹ ਇਸ ਕਰਕੇ ਕਿ ਉਹਨਾਂ ਨੂੰ ਉਹਦੇ 'ਤੇ ਕੰਮ ਕਰਨ ਲਈ ਸਮੇਂ ਚਾਹੀਦਾ ਹੈ, ਉਹਦੀ ਹਕੀਕਤ ਨੂੰ ਜਾਣਨ ਲਈ ਸਮੇਂ ਚਾਹੀਦਾ। ਮੇਰੇ ਖਿਆਲ ਨਾਲ ਇਹ ਹੁੰਦਾ। ਪਰ ਤੁਸੀਂ ਅੱਜ ਜਿਸ ਵੇਲੇ ਦੁਬਾਰਾ ਤੋਂ ਟਾਰਗੇਟ ਕਿਲਿੰਗਸ ਹੋ ਰਹੀਆਂ ਨੇ ਕਸ਼ਮੀਰ 'ਚ, ਜਾਂ ਕਸ਼ਮੀਰੀ ਪੰਡਤ ਦੁਬਾਰਾ ਕਸ਼ਮੀਰ ਨੂੰ ਛੱਡ ਕੇ ਪਲਾਇਨ ਕਰ ਰਹੇ ਨੇ, ਉਸ ਦੌਰਾਨ ਤੁਹਾਡੀ ਇੱਕ ਕਿਤਾਬ ਜਿਹੜੀ ਹੈ ਉਹ ਕਸ਼ਮੀਰੀ ਪੰਡਤਾਂ ਦੇ ਉੱਤੇ ਲਿਖੀ, ਜਿਹੜੀ ਹੈ ਤੁਸੀਂ ਲੋਕਾਂ ਵਿੱਚ ਰੱਖੀ ਹੈ, ਜਿਹੜੀ ਹੁਣ ਮੈਂ ਕਿਤਾਬ ਦਾ ਨਾਂ ਤੁਹਾਡੇ ਤੋਂ ਜਾਣਨਾ ਚਾਹਾਂਗਾ। ਹੋਰ ਇਹ ਕਿਤਾਬ ਜਿਹੜੀ ਹੈ ਇਸ ਦੌਰ ਦੇ ਦੌਰਾਨ ਲੋਕਾਂ ਵਿੱਚ ਆਣਾ। ਇਹ ਕਿਤਾਬ ਹੈ ਰਕਤਮ ਤਾਂਡਵ, ਮਤਲਬ ਖੂਨੀ ਨਾਚ, ਜਿਹੜਾ ਕਿ ਇਹ ਪਿਛਲੇ 30 ਸਾਲਾਂ ਤੋਂ 32 ਸਾਲਾਂ ਤੋਂ ਇਹ ਕਸ਼ਮੀਰ ਦੀ ਧਰਤੀ 'ਤੇ ਹੋਇਆ ਹੈ। ਔਰ ਜਿਹੜੇ ਕਿ ਕਸ਼ਮੀਰ ਦੇ ਮੂਲ ਵਾਸੀ ਸੀ, ਕਸ਼ਮੀਰੀ ਪੰਡਤ ਉੱਥੋਂ ਦਾ ਮੂਲ ਵਾਸੀ ਹੈ। ਔਰ ਜਿਤਨੇ ਵੀ ਧਰਮ ਗ੍ਰੰਥ ਹਿੰਦੂ ਧਰਮ ਦੇ ਹੋਏ ਨੇ ਉਹ ਉੱਥੋਂ ਹੀ ਉਹ ਲਿਖੇ ਗਏ ਨੇ,
ਔਰ ਉੱਥੋਂ ਤੋਂ ਉੱਥੇ ਹੀ ਉਹ ਸਾਰੇ ਸੰਸਾਰ ਵਿੱਚ, ਔਰ ਉੱਥੋਂ ਦਾ ਮੂਲ ਵਾਸੀ ਉਸ ਨੂੰ ਆਪਣਾ ਘਰ-ਬਾਰ ਸਭ ਛੱਡ ਕੇ ਉਗਰਵਾਦ ਦੇ ਕਾਰਨ ਆਉਣਾ ਪਿਆ। ਔਰ ਉਹਨਾਂ ਦੀ ਜਿਹੜੀ ਦਸ਼ਾ, ਜੋ ਮਾਰਮਿਕ ਹਾਲਾਤ ਵਿੱਚੋਂ ਨਿਕਲੇ ਹੈਗੇ ਨੇ, ਉਸ ਦਸ਼ਾ ਨੂੰ ਮੈਂ ਇਸ ਕਿਤਾਬ ਦੇ ਵਿੱਚ ਪ੍ਰਗਟ ਕੀਤਾ ਹੈ। ਇਸ ਕਿਤਾਬ ਦੀ ਮੈਂ ਤੁਹਾਨੂੰ ਇੱਕ ਨਜ਼ਮ ਸੁਣਾਉਣੀ ਚਾਹਾਂਗਾ, ਜਿਸ ਤੋਂ ਪਤਾ ਲੱਗਦਾ ਕਿ ਇਸ ਕਿਤਾਬ ਦੇ ਵਿੱਚ ਅੱਗੇ ਕੀ ਕੁਝ ਲਿਖਿਆ ਹੋਏਗਾ, ਤੇ ਉਹ ਮੈਂ ਤੁਹਾਨੂੰ ਸੁਣਾਵਾਂਗਾ ਕਿ ਇਹ ਕਿਤਾਬ ਤੇ ਵੀ ਬਹੁਤ ਚਰਚਾ ਹੋ ਚੁੱਕੀ ਹੈ। ਇਹਦੀ ਆਨਲਾਈਨ ਰਿਵਿਊ ਹੋ ਚੁੱਕਾ ਹੈਗਾ। ਕਾਂਚੀ ਪੀਠਮ ਚੇਨਈ ਤੋਂ ਹਿੰਦੂ ਧਰਮ ਦਾ ਇੱਕ ਬਹੁਤ ਵੱਡਾ ਮੱਠ ਹੈਗਾ ਹੈ, ਤੇ ਉਹਨਾਂ ਨੇ ਇਸ ਕਿਤਾਬ ਦੇ ਉੱਤੇ ਇਹਦਾ ਰਿਵਿਊ ਕੀਤਾ ਹੈ ਔਰ ਆਨਲਾਈਨ ਰਿਲੀਜ਼ ਕੀਤੀ ਹੈ ਕਿਤਾਬ, ਤੇ ਉਸ ਕਿਤਾਬ ਤੇ ਵੀ ਬੜੀ ਚਰਚਾ ਹੋਈ ਹੈ। ਮੈਂ ਤੁਹਾਨੂੰ ਇੱਕ ਕਵਿਤਾ ਇਸ ਕਿਤਾਬ ਦੀ, ਰਕਤਮ ਤਾਂਡੋ ਨਾਂ ਕਿਤਾਬ ਦਾ, ਰਕਤਮ ਤਾਂਡੋ, ਔਰ ਇਹ ਜਿਹੜੀ ਨਜ਼ਮ ਹੈ ਇਹ ਵੀ रक्तम तांडो नाम तो ही है। एक हस्ताक्षर हूं मैं जिसका अस्तित्व खो गया था, समय के धुंधलके में जो भूल गया था अपना दायित्व। मतलब असी सुनते रहे हैगे हाँ, और सुनदियां ही भी उन्हां दे नाल की होया, लेकिन जिस वक्त मैं महसूस किया कि ये जड़ी मार्मिक गाथा इन्हां दी हैगी है, ये मैनूं लिखनी चाहिदी है, मैं उस संदर्भ में एक गल कीती है कि एक हस्ताक्षर हूँ मैं जिसका अस्तित्व खो गया था, समय के धुंधलके में जो भूल गया था अपना अस्तित्व, जीविका की दौड़ में विलासता की होड़ में, भूल गया था अपना कर्तव्य अपने समाज के प्रति, समाज की पीड़ा के प्रति। मेरे अपनों की पीड़ा ने, वो जड़े उत्थे कश्मीरी वसदे सीगे, वो मैं भी कश्मीरी हाँ, वो मैनू सारे अपने ही दिसदे ने। मेरे अपनों की पीड़ा ने, वेदना ने, उनके रिश्ते घावों ने झकझोड़ा है मुझे और बाध्य किया है पीड़ा ढोने के लिए अपने शब्दों के कंधों पर, बाध्य किया है पीड़ा ढोने के लिए शब्दों के कंधों पर उस त्रासदी की जो निशब्द है। वो यहो जी त्रासदी है, उहदे लई कोई शब्द नहीं है। प्रयत्नशील हूँ कुंठा बांटने को अपनी मातृभूमि की, अपने समाज की, उस रक्त की जो व्यर्थ बहा है गलियों में, खलियानों में, आत्मा से अक्षर अंकृत हुए हैं और बने हैं साक्षी उन गिरते मूल्यों के, संकीर्ण चिंतन के। वो जड़ा उन्हां दा निष्कासन होया, एक बहुत संकीर्ण चिंतन सी, एक चिंतन की विशैली सोच के, चित्रहीनता के, मनुष्य नीचता के, और उस रक्तम तांडो के जो कश्मीर की धरती पर नाचा जा रहा है बरसों से। ते एक और कविता ऐसी दी मैं तुहानू सुनाना वा। ये तब की बात है जब कश्मीर घाटी में चैन था, शांति थी, कश्यप ऋषि की धरती स्वर्ग के भांति थी। नदी नाले खेत खलियान वन और उद्यान महकते थे, आपस में भाईचारे के सुर से जीवन बहकते थे। किंतु कुर्सी की दौड़ ने, स्वार्थ की होड़ ने घृणा के चिन्ह छोड़ दिए, हमदर्दी और मोहब्बत के रास्ते ही मोड़ दिए। सहानुभूति, अपनापन और भाईचारा सोच की तंग गलियों में खो गया, सोच की तंग गलियों में खो गए। ऐसे लगा जैसे कश्मीरी हिंदू किसी मंझधार में खो गए। मंदिरों में घंटियों की टनकार बंद हो गई, शिवालयों में आरती की गूंज बंद हो गई। सिमट गया जीवन बंद गलियारों के भीतर, सिमट गया जीवन बंद गलियारों के भीतर। जहाँ बोए थे कश्मीरियत के बीज,
उग आए थे वहाँ कीकर, पड़ोसी पड़ोसी नहीं रहा, मित्र मित्र नहीं रहा, किसी हमदर्द का कोई चरित्र नहीं रहा। तो ये ऐसी व्यथा हैगी है इन मेरिया इन्हां कवितावां दे विच ਜਿਹੜੀਆਂ कि उस पीड़ा ਨੂੰ दसदियां ने और दिल ਨੂੰ मन ਨੂੰ ਝੰਜੋੜਨ ਵਾਲੀ ਇਹ ਕਾਵਿ ਸੰਗ੍ਰਹਿ ਹੈ। ਔਰ ਚਲੋ ਇਹ ਵੀ ਈਸ਼ਵਰ ਦੀ ਕਿਰਪਾ ਸੀ ਕਿ ਮੈਨੂੰ ਇੰਨਾ ਬੁੱਧੀ ਦਿੱਤੀ ਕਿ ਮੈਂ ਇਸ ਨੂੰ ਸ਼ਬਦਾਂ ਵਿੱਚ ਪਰੋ ਸਕਿਆ ਵਾਂ। ਬੜਾ ਬੜਾ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਭੁਪਿੰਦਰ ਸਿੰਘ ਰੈਣਾ ਜੀ ਲੇਖਕ ਸਾਡੇ ਨਾਲ ਸੀ, ਪੰਜਾਬੀ ਲੇਖਕ ਸਾਡੇ ਨਾਲ ਨੇ। ਕਸ਼ਮੀਰੀਆਂ ਦੇ ਦਰਦ ਨੂੰ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ। ਇਹ ਕਿਤਾਬ ਕਸ਼ਮੀਰੀ ਸਮਾਜ ਦੇ ਪੰਡਤਾਂ ਨੂੰ ਜਾਂ ਕਸ਼ਮੀਰੀ ਪੰਡਤਾਂ ਦੀ ਅਗਰ ਜੇਕਰ ਗੱਲ ਕਰੀਏ ਤਾਂ ਉਹਨਾਂ ਲਈ ਕਿਸੇ ਉਸ ਦਰਦ ਭਰੀ ਦਾਸਤਾਂ ਤੋਂ ਘੱਟ ਨਹੀਂ ਹੈ ਜੋ ਉਹਨਾਂ ਨੇ ਹੰਡਾਈ ਹੈ। ਅੱਜ ਫਿਰ ਉਹੀ ਸਮੇਂ ਹੈ, ਅੱਜ ਫਿਰ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਕਸ਼ਮੀਰ ਤੋਂ ਪਲਾਇਨ ਕਰ ਰਹੇ ਨੇ, ਆਤੰਕਵਾਦ ਦੀ ਬਲੀ ਚੜ੍ਹ ਰਹੇ ਨੇ। ਉਸ ਵੇਲੇ ਇਹ ਕਿਤਾਬ ਜਿਹੜੀ ਹੈ ਭੁਪਿੰਦਰ ਸਿੰਘ ਰੈਣਾ ਹੁੰਦੀ ਸਾਹਮਣੇ ਆਉਂਦੀ ਹੈ। ਹੋਰ ਭੁਪਿੰਦਰ ਸਿੰਘ ਰੈਣਾ ਹੁੰਦੀਆਂ ਲਿਖੀਆਂ ਹੋਈਆਂ ਕਵਿਤਾਵਾਂ, ਲਿਖੀਆਂ ਹੋਈਆਂ ਨਾਵਲਸ ਜਿਹੜੇ ਸਮਾਜ ਨੂੰ ਸੇਧ ਦਿੰਦੇ ਨੇ, ਸਮਾਜ ਨੂੰ ਸੱਚ ਦੱਸਦੇ ਨੇ ਔਰ ਸਮਾਜ ਦਾ ਉਹ ਰਾਖਸ਼ਸੀ ਚਿਹਰਾ ਜਿਹੜਾ ਸਮਾਜ ਕਿਤੇ ਨਾ ਕਿਤੇ ਲੁਕੋ ਕੇ ਰੱਖਦਾ ਉਹ ਆਪਣੇ ਸ਼ਬਦਾਂ ਦੇ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ। ਫਿਰ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।